Good afternoon, students. Today we are going to discuss the next question, that is question number 83. The question is A and B are the partners sharing profit and losses in the ratio 3:2. They admit C, their manager, as a partner with effect from 1st April 2020 for 1/4 share of profit. It means कि C ਪਹਿਲਾਂ ਮੈਨੇਜਰ ਸੀਗਾ ਤੇ ਹੁਣ ਉਹਨੂੰ ਐਜ਼ ਅ ਪਾਰਟਨਰ ਅਸੀਂ ਐਡਮਿਟ ਕਰ ਰਹੇ ਹਾਂ ਤੇ ਐਜ਼ ਅ ਪਾਰਟਨਰ ਐਡਮਿਟ ਕਰਨ ਤੇ ਅਸੀਂ ਉਹਨੂੰ 1/4 ਸ਼ੇਅਰ ਆਫ ਪ੍ਰੋਫਿਟ ਦੇ ਰਹੇ ਹਾਂ। ਵਾਈਲ ਅ ਮੈਨੇਜਰ ਸੀ ਨੂੰ ਕੀ ਮਿਲ ਰਿਹਾ ਸੀਗਾ, ਸੈਲਰੀ ਆਫ 27,000 ਪਰ ਐਨਮ ਐਂਡ ਕਮਿਸ਼ਨ ਮਿਲ ਰਿਹਾ ਸੀਗਾ 10,000 ਪਰ 10% of the net profit after charging such salary and commission. So in terms of the deed, any excess amount which C will be entitled to receive as a partner over the amount which would have been due to him if he continued to be the manager will be borne by A. ਮੀਨਸ ਕਿ ਐਜ਼ ਅ ਪਾਰਟਨਰ ਉਹਨੂੰ ਜਿਹੜਾ ਅਮਾਊਂਟ ਮਿਲ ਰਿਹਾ ਆ ਐਂਡ ਐਜ਼ ਅ ਮੈਨੇਜਰ ਉਹਨੂੰ ਜਿਹੜਾ ਅਮਾਊਂਟ ਮਿਲ ਰਿਹਾ ਆ, ਦੋਵਾਂ ਅਮਾਊਂਟ 'ਚ ਜਿਹੜੀ ਡੈਫੀਸ਼ੀਐਂਸੀ ਹੋਏਗੀ ਦੈਟ ਵਿਲ ਬੀ ਬੋਰਨ ਬਾਈ ਦੀ partner A. So let's start the solution. We have prepared the profit and loss appropriation account. On the credit side we have shown profit. By profit and loss account we have written 2,25,000. On the debit side, first of all we will write to C's capital, means कि C ਨੂੰ as a manager ਜੋ ਮਿਲ ਰਿਹਾ ਆ, ਅਸੀਂ ਸੈਲਰੀ ਲਿਖੀ ਹੈ 27,000 ਐਂਡ ਕਮਿਸ਼ਨ ਬਾਰੇ ਉਹਨਾਂ ਨੇ ਬੋਲਿਆ ਸੀਗਾ ਕਿ ਸੈਲਰੀ ਚਾਰਜ ਕਰਨ ਤੋਂ ਬਾਅਦ ਆਫਟਰ ਚਾਰਜਿੰਗ ਸੱਚ ਸੈਲਰੀ ਐਂਡ ਕਮਿਸ਼ਨ। ਸੋ ਜਿਹੜਾ ਪ੍ਰੋਫਿਟ ਸੀਗਾ 2,25,000 ਉਹਦੇ ਵਿੱਚੋਂ ਅਸੀਂ ਸੈਲਰੀ ਮਾਈਨਸ ਕਰ ਦਿੱਤਾ, ਅਮਾਊਂਟ ਆਇਆ 1,98,000 ਐਂਡ ਉਹਦੇ 'ਤੇ ਅਸੀਂ ਕਮਿਸ਼ਨ ਚਾਰਜ ਕੀਤਾ ਆ ਰੇਟ ਓਵਰ 100 ਪਲੱਸ ਰੇਟ ਦਾ ਫਾਰਮੂਲਾ ਲਗਾ ਕੇ ਉਹਦਾ ਜਿਹੜਾ ਕਮਿਸ਼ਨ ਆਇਆ ਦੈਟ ਇਜ਼ 18,000। ਸੋ ਟੋਟਲ ਅਮਾਊਂਟ ਜਿਹੜਾ ਸੀ ਨੂੰ ਐਜ਼ ਅ ਮੈਨੇਜਰ ਮਿਲ ਰਿਹਾ ਦੈਟ ਇਜ਼ 45,000। ਦੈਨ ਪ੍ਰੋਫਿਟ ਦੇ ਵਿੱਚੋਂ 2,25,000 ਉਹਦੇ ਵਿੱਚੋਂ 45,000 ਸੀ ਦਾ ਸ਼ੇਅਰ ਐਜ਼ ਅ ਮੈਨੇਜਰ ਮਾਈਨਸ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਲੈਫਟ ਓਵਰ ਪ੍ਰੋਫਿਟ ਆ ਦੈਟ ਇਜ਼ 1,80,000। ਸੋ 1,80,000 ਦਾ 3/5 A ਨੂੰ ਮਿਲਿਆ ਐਂਡ 1,80,000 ਦਾ 2/5 B ਨੂੰ ਮਿਲਿਆ। A will get 1,08,000 and B 72,000। ਬਟ ਨਾਓ ਅਸੀਂ ਸੀ ਦੀ ਡੈਫੀਸ਼ੀਐਂਸੀ ਚੈੱਕ ਕਰਨੀ ਆ। ਅਗਰ ਅਸੀਂ ਐਜ਼ ਅ ਪਾਰਟਨਰ ਗੱਲ ਕਰੀਏ ਤਾਂ ਸੀ ਨੂੰ ਐਜ਼ ਅ ਪਾਰਟਨਰ ਤੁਸੀਂ ਵਰਕਿੰਗ ਦੇਖ ਸਕਦੇ ਹੋ। ਬਿਲੋ ਦਾ ਅਕਾਊਂਟ ਇਟ ਇਜ਼ ਰਿਟਨ ਸੀ ਐਜ਼ ਅ ਪਾਰਟਨਰ 2,25,000 ਦਾ 1/4 ਸ਼ੇਅਰ ਆਫ ਪ੍ਰੋਫਿਟ। ਸੀ ਦਾ ਸ਼ੇਅਰ ਜਿਹੜਾ ਆ 56,250 ਹੋਣਾ ਚਾਹੀਦਾ ਆ, ਬਟ ਐਜ਼ ਅ ਮੈਨੇਜਰ ਉਹਨੂੰ ਸਿਰਫ 45,000 ਹੀ ਮਿਲ ਰਿਹਾ ਸੀਗਾ। ਅਤੇ ਜਿਹੜੀ ਡੈਫੀਸ਼ੀਐਂਸੀ ਆਈ ਆ 1,250 ਦੀ 11,250 ਦੀ ਦੈਟ ਵਿਲ ਬੀ ਕੰਪਨਸੇਟਿਡ ਬਾਏ ਏ। ਸੋ ਸੀ ਦੇ ਵਿੱਚ ਅਸੀਂ 11,250 ਪਲੱਸ ਕਰ ਦਾਂਗੇ ਐਂਡ ਏ ਦੇ ਅਕਾਊਂਟ ਵਿੱਚੋਂ 11,250 ਮਾਈਨਸ ਕਰ ਦਾਂਗੇ। So A will get 96,750, B will get 72,000 and C will get 56,250. I hope it is clear. Let's proceed to the next question, that is 84th. The partners name are Asgar, Chaman and Dolu. ਇਸ ਕੁਐਸਚਨ ਦੇ ਵਿੱਚ ਤੁਹਾਨੂੰ ਤਿੰਨਾਂ ਪਾਰਟਨਰਸ ਦੇ ਕੈਪੀਟਲਸ ਗਿਵਨ ਆ, ਪ੍ਰੋਫਿਟ ਸ਼ੇਅਰਿੰਗ ਰੇਸ਼ੋ ਗਿਵਨ ਆ ਐਂਡ ਪਾਰਟਨਰਸ ਨੂੰ ਇੰਟਰਸਟ ਔਨ ਕੈਪੀਟਲ ਦਿੱਤਾ ਜਾ ਰਿਹਾ 8% ਪਰ ਐਨਮ। ਸੈਲਰੀ ਦਿੱਤੀ ਜਾ ਰਹੀ ਹੈ ਟੂ ਦਾ ਪਾਰਟਨਰ ਚਮਨ ਐਂਡ ਡੋਲੂ। ਚਮਨ ਨੂੰ ਮਿਲ ਰਿਹਾ 7,000 ਪਰ ਮੰਥ ਐਂਡ ਡੋਲੂ ਨੂੰ ਮਿਲ ਰਿਹਾ 10,000 ਪਰ ਕੁਆਟਰ। ਡੋਲੂ ਸ਼ੇਅਰ ਆਫ ਪ੍ਰੋਫਿਟ, ਡੋਲੂ ਦਾ ਜਿਹੜਾ ਸ਼ੇਅਰ ਆਫ ਪ੍ਰੋਫਿਟ ਆ ਇੰਟਰਸਟ ਔਨ ਕੈਪੀਟਲ ਐਕਸਕਲੂਡ ਕਰਨ ਤੋਂ ਬਾਅਦ ਅਤੇ ਸੈਲਰੀ ਇਨਕਲੂਡ ਕਰਨ ਤੋਂ ਬਾਅਦ ਉਹਦਾ ਜਿਹੜਾ ਮਿਨੀਮਮ ਪ੍ਰੋਫਿਟ ਆ ਉਹ ਹੋਣਾ ਚਾਹੀਦਾ ਆ 1,10,000 ਪਰ ਐਨਮ। ਐਂਡ ਅਗਰ ਕੋਈ ਡੈਫੀਸ਼ੀਐਂਸੀ ਹੁੰਦੀ ਹੈ ਦੈਟ ਵਿਲ ਬੀ ਮੈਟ ਬਾਏ ਦਾ ਅਸਗਰ। ਪ੍ਰੋਫਿਟ ਇਜ਼ ਗਿਵਨ 4,24,000। So here is the solution of this question. We have written on the credit side profit 4,24,000, on the debit side to interest on capital। ਤਿੰਨਾਂ ਪਾਰਟਨਰ ਦੀ ਕੈਪੀਟਲ 'ਤੇ ਅਸੀਂ ਇੰਟਰਸਟ ਦੇ ਦਿੱਤਾ। ਸੈਲਰੀ ਮਿਲ ਗਈ, ਚਮਨ ਨੂੰ ਪਰ ਮੰਥ ਮਿਲ ਰਹੀ ਸੀ ਇਸ ਕਰਕੇ 12 ਦੇ ਨਾਲ ਮਲਟੀਪਲਾਈ ਕਰਕੇ ਐਨੂਅਲ ਸੈਲਰੀ ਲਿਖਤੀ 84,000। ਡੋਲੂ ਨੂੰ ਕੁਆਟਰ ਦੀ ਸੈਲਰੀ ਮਿਲ ਰਹੀ ਸੀਗੀ ਇਸ ਕਰਕੇ 4 ਦੇ ਨਾਲ ਮਲਟੀਪਲਾਈ ਕਰਕੇ ਉਹਦੀ ਐਨੂਅਲ ਸੈਲਰੀ ਆ ਗਈ 40,000 ਐਂਡ ਜਿਹੜਾ ਸਾਡੇ ਕੋਲ ਬੈਲੈਂਸ ਬਚਿਆ ਪ੍ਰੋਫਿਟ ਉਹ ਅਸੀਂ ਪਾਰਟਨਰ ਦੇ ਵਿੱਚ ਡਿਸਟਰੀਬਿਊਟ ਕਰ ਦਿੱਤਾ ਉਹਨਾਂ ਦੀ ਰੇਸ਼ੋ ਦੇ ਵਿੱਚ 4:3 ਦੇ ਵਿੱਚ। ਅਸਗਰ ਨੂੰ ਮਿਲਿਆ 80,000, ਚਮਨ ਨੂੰ ਮਿਲਿਆ 40,000 ਐਂਡ ਡੋਲੂ ਨੂੰ ਮਿਲਿਆ 60,000। ਬਟ ਅਕੋਰਡਿੰਗ ਟੂ ਦਾ ਡੀਡ ਗਾਰੰਟੀ ਮਿਲੀ ਸੀਗੀ ਕਿ ਜਿਹੜਾ ਡੋਲੂ ਦਾ ਸ਼ੇਅਰ ਆ ਉਹ ਸੈਲਰੀ
ਤੇ ਪ੍ਰੋਫਿਟ ਇਨਕਲੂਡ ਕਰਕੇ ਉਹਦਾ 1,10,000 ਬਣਨਾ ਚਾਹੀਦਾ ਆ। ਇੰਟਰਸਟ ਔਨ ਕੈਪੀਟਲ ਇਨਕਲੂਡ ਨਹੀਂ ਕਰਨਾ। ਸੋ ਸੈਲਰੀ ਡੋਲੂ ਦੀ 40,000 ਹੋਈ, ਨੈਟ ਪ੍ਰੋਫਿਟ ਉਹਦਾ 60,000 ਆਇਆ, ਦੋਵਾਂ ਨੂੰ ਪਲੱਸ ਕਰਕੇ 1 ਲੱਖ ਪ੍ਰੋਫਿਟ ਬਣਦਾ ਆ, ਜਦਕਿ ਐਕਚੁਅਲ ਦੇ ਵਿੱਚ ਉਹਨੂੰ 1,10,000 ਦੀ ਗਾਰੰਟੀ ਮਿਲੀ ਸੀਗੀ। ਇਸ ਕਰਕੇ ਜਿਹੜੇ 10,000 ਡੈਫੀਸ਼ੀਐਂਸੀ ਆ ਉਹ ਡੋਲੂ ਦੇ ਅਕਾਊਂਟ ਦੇ ਵਿੱਚੋਂ ਮਾਈਨਸ ਕਰ ਦਿੱਤਾ ਜਾਏਗਾ ਐਂਡ ਅਜ਼ਗਰ ਦੇ ਅਕਾਊਂਟ ਦੇ ਵਿੱਚ ਮਾਈਨਸ ਕਰ ਦਿੱਤਾ ਜਾਏਗਾ ਐਂਡ ਡੋਲੂ ਦੇ ਅਕਾਊਂਟ ਦੇ ਵਿੱਚ 10,000 ਉਹ ਪਲੱਸ ਕਰ ਦਿੱਤਾ ਜਾਏਗਾ। ਸੋ ਅਜ਼ਗਰ ਵਿਲ ਗੈਟ 70,000 ਐਂਡ ਡੋਲੂ ਵਿਲ ਗੈਟ ਆਲਸੋ 70,000। they both are getting 70,000 and Chaman ਦਾ ਜਿਹੜਾ share of profit will remain as it is 40,000. Now the next question is question number 86. 85 is for the homework. 86 question ਦੇ ਵਿੱਚ ਵੇਖੋ ਕੀ ਆ, ਅਜੇ ਬਿਨੇ ਤੇ ਚੇਤਨ 3 ਪਾਰਟਨਰਸ ਨੇ, ਰੇਸ਼ੋ ਪਾਰਟਨਰਸ ਦੀ 3:3:2 ਗਿਵਨ ਆ ਐਂਡ ਅਕੋਰਡਿੰਗ ਟੂ ਦਾ ਡੀਡ ਅਜੇ ਬਿਨੇ ਦੋਵਾਂ ਨੂੰ 2,000 ਪਰ ਕੁਆਟਰ ਸੈਲਰੀ ਮਿਲ ਰਹੀ ਆ, ਚੇਤਨ ਨੂੰ ਕਮਿਸ਼ਨ ਮਿਲ ਰਿਹਾ 8,000 ਦਾ, ਬਿਨੇ ਨੂੰ ਗਾਰੰਟੀ ਮਿਲ ਰਹੀ ਹੈ 50,000 ਪ੍ਰੋਫਿਟ ਦੀ। ਪ੍ਰੋਫਿਟ ਪੂਰੇ ਸਾਲ ਦਾ 1,50,000 ਆ, ਜਿਹੜਾ ਕਿ ਅਜੇ ਬਿਨੇ ਤੇ ਚੇਤਨ ਤਿੰਨਾਂ ਦੇ ਵਿੱਚ 2:1 ਦੇ ਵਿੱਚ ਡਿਵਾਈਡ ਕਰ ਦਿੱਤਾ ਬਾਈ ਮਿਸਟੇਕ, ਵਾਸ ਡਿਸਟਰੀਬਿਊਟਡ 2:1 ਦੇ ਵਿੱਚ ਡਿਵਾਈਡ ਕਰ ਦਿੱਤਾ ਵਿਦਾਊਟ ਟੇਕਿੰਗ ਇਨਟੂ ਦੀ ਕੰਸੀਡਰੇਸ਼ਨ ਦਾ ਪ੍ਰੋਵੀਜ਼ਨਸ ਆਫ ਦਾ ਪਾਰਟਨਰਸ਼ਿਪ ਡੀਡ। ਸੋ ਸਟੂਡੈਂਟ ਇਸ ਕੁਐਸਚਨ ਦੇ ਵਿੱਚ ਗਾਰੰਟੀ ਪਲੱਸ ਪਾਸ ਐਡਜਸਟਮੈਂਟ ਦੋਵੇਂ ਹੀ ਇਨਕਲੂਡਿਡ ਆ। ਸੋ ਸਭ ਤੋਂ ਪਹਿਲਾਂ ਅਸੀਂ ਐਪਰੋਪ੍ਰੀਏਸ਼ਨ ਅਕਾਊਂਟ ਪ੍ਰਪੇਅਰ ਕਰਾਂਗੇ। ਕ੍ਰੈਡਿਟ ਸਾਈਡ ਤੇ ਮੈਂ ਪ੍ਰੋਫਿਟ ਲਿਖ ਦਿੱਤਾ ਆ 1,50,000, ਟੂ ਸਾਈਡ ਤੇ ਅਸੀਂ ਸੈਲਰੀ ਸ਼ੋ ਕਰ ਦਿੱਤੀ ਹੈ ਡੈਬਿਟ ਸਾਈਡ ਤੇ ਪਾਰਟਨਰਸ ਦੀ। ਅਜੇ ਬਿਨੇ ਦੋਵਾਂ ਨੂੰ 8,000 ਸੈਲਰੀ ਮਿਲ ਰਹੀ ਆ, ਚੇਤਨ ਨੂੰ ਕਮਿਸ਼ਨ ਮਿਲ ਰਿਹਾ ਆ ਐਂਡ ਦੈਨ ਜਿਹੜਾ ਲੈਫਟ ਓਵਰ ਪ੍ਰੋਫਿਟ ਆ ਉਹ ਪਾਰਟਨਰਸ ਦੇ ਰੇਸ਼ੋ 3:3:2 ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਆ। ਡਿਵਾਈਡ ਕਰਨ ਤੋਂ ਬਾਅਦ ਜਿਹੜਾ ਅਜੇ ਨੂੰ ਸ਼ੇਅਰ ਮਿਲਿਆ ਆ ਦੈਟ ਇਜ਼ 47,250, ਬਿਨੇ ਨੂੰ ਸ਼ੇਅਰ ਮਿਲਿਆ 47,250, ਚੇਤਨ ਨੂੰ ਸ਼ੇਅਰ ਮਿਲਿਆ 31,500 ਐਂਡ ਗਾਰੰਟੀ ਮਿਲੀ ਸੀਗੀ ਬਿਨੇ ਨੂੰ ਕਿ ਉਹਦਾ ਸ਼ੇਅਰ ਜਿਹੜਾ ਆ 50,000 ਹੋਏਗਾ। ਸੋ ਜਿਹੜਾ ਉਹਦਾ ਡੈਫੀਸ਼ੀਟ ਅਮਾਊਂਟ ਹੈ ਦੈਟ ਇਜ਼ 2,750, 2,750 ਉਹ ਅਜੇ ਤੇ ਚੇਤਨ ਦੋਵੇਂ ਆਪਣੇ ਐਗਜ਼ਿਸਟਿੰਗ ਰੇਸ਼ੋ ਜਿਹੜਾ ਕਿ 3:2 ਆ ਉਹਦੇ ਵਿੱਚ ਉਹਨੂੰ ਕੰਪਨਸੇਟ ਕਰਨਗੇ। ਕੰਪਨਸੇਟ ਕਰਨ ਤੋਂ ਬਾਅਦ ਅਜੇ ਦੇ ਕੋਲ ਸ਼ੇਅਰ ਆਇਆ 45,600, ਬਿਨੇ ਦੇ ਕੋਲ 50,000 ਐਂਡ ਚੇਤਨ ਦੇ ਕੋਲ 30,400। ਇਸ ਤੋਂ ਬਾਅਦ ਅਸੀਂ ਪਾਸਟ ਐਡਜਸਟਮੈਂਟ ਦੀ ਸਟੇਟਮੈਂਟ ਬਣਾਈ ਆ। ਸਭ ਤੋਂ ਪਹਿਲਾਂ ਪ੍ਰੋਫਿਟ ਰੋਂਗਲੀ ਡਿਸਟਰੀਬਿਊਟਡ ਜਿਹੜਾ ਕਿ 1,50,000 ਪ੍ਰੋਫਿਟ ਆ 2:1 ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀਗਾ, ਰੋਂਗਲੀ ਹੋ ਗਿਆ ਐਂਡ ਦੈਨ ਕਰੈਕਟਲੀ ਪਾਰਟਨਰਸ ਨੂੰ ਐਕਚੁਅਲ ਦੇ ਵਿੱਚ ਜੋ ਮਿਲਣਾ ਚਾਹੀਦਾ ਆ। ਸੋ ਅਸੀਂ ਇਸ ਕਰਕੇ ਐਪਰੋਪ੍ਰੀਏਸ਼ਨ ਪਹਿਲਾਂ ਪ੍ਰਪੇਅਰ ਕਰ ਲਿਆ ਤਾਂ ਕਿ ਪਾਸਟ ਐਡਜਸਟਮੈਂਟ ਸਟੇਟਮੈਂਟ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਕਨਫਿਊਜ਼ਨ ਨਾ ਹੋਏ। ਸੋ ਸੈਲਰੀ ਲਿਖ ਦਿੱਤੀ ਆ ਅਜੇ ਬਿਨੇ ਦੀ, ਕਮਿਸ਼ਨ ਚੇਤਨ ਦਾ ਲਿਖ ਦਿੱਤਾ ਆ ਐਂਡ ਜਿਹੜਾ ਅਸੀਂ ਪ੍ਰੋਫਿਟ ਡਿਸਟਰੀਬਿਊਟ ਕੀਤਾ ਸੀ ਉਹ ਵੀ ਤਿੰਨਾਂ ਪਾਰਟਨਰਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਆ। ਨਾਓ ਐਕਚੁਅਲ ਦੇ ਵਿੱਚ ਅਜੇ ਨੂੰ ਕਿੰਨਾ ਪ੍ਰੋਫਿਟ ਮਿਲਣਾ ਚਾਹੀਦਾ ਆ 53,600, ਬਿਨੇ ਨੂੰ 58,000 ਐਂਡ ਚੇਤਨ ਨੂੰ 38,400, ਬਟ ਬਾਈ ਡਿਫੋਲਟ ਅਜੇ ਨੂੰ ਅਸੀਂ 60,000 ਦਾ ਪ੍ਰੋਫਿਟ ਦੇ ਚੁੱਕੇ ਹਾਂ ਰੋਂਗਲੀ। ਸੋ ਜਿਹੜੇ ਵੀ ਪਾਰਟਨਰ ਦਾ ਰੋਂਗਲੀ ਅਮਾਊਂਟ ਕਰੈਕਟ ਵਾਲੇ ਅਮਾਊਂਟ ਤੋਂ ਜ਼ਿਆਦਾ ਹੁੰਦਾ ਆ ਉਸ ਪਾਰਟਨਰ ਦਾ ਅਕਾਊਂਟ ਡੈਬਿਟ ਕਰ ਦਿੱਤਾ ਜਾਏਗਾ। ਦੈਟਸ ਵਾਈ ਅਸੀਂ ਅਜੇ ਤੇ ਬਿਨੇ ਦੋਵਾਂ ਦਾ ਅਕਾਊਂਟ ਡੈਬਿਟ ਕਰ ਦਿੱਤਾ ਐਂਡ ਚੇਤਨ ਦਾ ਅਕਾਊਂਟ ਕ੍ਰੈਡਿਟ ਕਰ ਦਿੱਤਾ, ਕਿਉਂਕਿ ਚੇਤਨ ਨੂੰ 30,000 ਰੋਂਗਲੀ ਅਮਾਊਂਟ ਜਿਹੜਾ ਉਹਨੂੰ ਬਾਈ ਡਿਫੋਲਟ ਮਿਲਿਆ ਹੈ, ਐਕਚੁਅਲ ਦੇ ਵਿੱਚ ਉਹਨੂੰ 38,400 ਮਿਲਣਾ ਚਾਹੀਦਾ ਸੀਗਾ, ਰਾਈਟ। ਸੋ ਉਹਨੂੰ ਘੱਟ ਮਿਲਿਆ, ਇਸ ਕਰਕੇ ਉਹਦਾ ਅਕਾਊਂਟ ਕ੍ਰੈਡਿਟ। I hope it is clear. And student, with this question we have completed chapter number 2 and in the next lecture we will start chapter number 3. So you all have to complete all the questions in your notebook, fair notebook. It will be checked very soon. If there is any type of confusion, then you may put a question in the comment box. Thanks and have a nice day.